ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਮਿਹਰਬਾਨੀ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਅੱਜ ਰੱਖੜੀ ਭਾਵ ਰਕਸ਼ਾ ਬੰਧਨ ਦਾ ਤਿਉਹਾਰ ਹੈ ਜੀ। ਅੱਜ ਭੈਣਾਂ ਆਪਣੀਆਂ ਭਰਾਵਾਂ ਦੇ ਜਿਹੜੇ ਗੁੱਟ ਦੇ ਉੱਤੇ ਰੱਖੜੀ ਬੰਨ੍ਹਦੇ ਆ ਤੇ ਅਰਦਾਸ ਕਰਦੇ ਨੇ ਕਿ ਭੈਣ ਆਪਣੇ ਭਰਾ ਬਹੁਤ ਤਰੱਕੀਆਂ ਕਰਨ, ਤੇ ਭਰਾ ਵੀ ਅਰਦਾਸ ਕਰਦੇ ਨੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀਆਂ ਭੈਣਾਂ ਸਾਡੀ ਗੁੱਟ ਤੇ ਬੰਨ੍ਹਦੀਆਂ ਰਹਿਣ। ਪਰੰਤੂ ਜੋ ਤੁਹਾਡੇ ਜੋ ਗੱਲਾਂ ਬਾਤਾਂ ਤੋਂ ਤੁਸੀਂ ਸਾਨੂੰ ਸਿਖਾਉਂਦੇ ਹੋ ਐਂਡ ਤੁਸੀਂ ਜੋ ਦੱਸਦੇ ਹੋ ਕਿ ਇਕੁਆਲਿਟੀ ਇਸ ਡੇਟ ਦੇ ਉੱਤੇ ਨਹੀਂ, ਐਵਰੀ ਟਾਈਮ ਇਕੁਆਲਿਟੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪ੍ਰੋਪਰਟੀ ਦੇ ਵਿੱਚ ਹੋਵੇ, ਚਾਹੇ ਉਹ ਕੁਛ ਚੀਜ਼ਾਂ ਲੈਣੀਆਂ ਹੋਣ, ਇਹ ਜੇ ਭਰਾ ਨੂੰ ਦੇਣੀ ਹੋਵੇ ਤਾਂ ਭੈਣ ਨੂੰ ਵੀ ਲੈ ਕੇ ਦਿਓ, ਮਗਰ ਇਕੁਆਲਿਟੀ ਹੋਣੀ ਚਾਹੀਦੀ ਹੈ ਜੇ ਰਕਸ਼ਾ ਬੰਧਨ ਦਾ ਤਿਉਹਾਰ ਮਨਾਉਣਾ ਹੋਵੇ ਤਾਂ। ਹਾਂ ਯੈਸ ਅਰਸ਼, ਵੀ ਉਹ ਜਿਹੜੇ ਦੇਸ਼ ਆ, ਸਮਾਜ ਆ, ਜਿਹੜੇ ਆਪਾਂ ਨੂੰ ਚੰਗੇ ਲੱਗਦੇ ਆ ਦੁਨੀਆ ਦੇ ਵਿੱਚ, ਜਾਣੀ ਉਹਨਾਂ ਨੇ ਇਹ ਗੱਲ ਰੱਖੀ ਹੋਈ ਆ ਕਿ ਔਰਤ ਨੂੰ ਉਹਨਾਂ ਨੇ, ਆਦਮੀਆਂ ਨੇ ਜਾਣੀ ਆਪਣੇ ਬਰਾਬਰ ਰੱਖਿਆ ਇਨ ਐਵਰੀ ਆਸਪੈਕਟ, ਵਿਦਆਊਟ ਰਿਜ਼ਰਵੇਸ਼ਨ। ਇਹ ਨੀਗਾ ਵੀ ਜਾਣੀ ਇਹਨੇ ਘਰੇ ਹੀ ਰਹਿਣਾ, ਵੀ ਇਹਨੇ ਸਕੂਲੇ ਨਹੀਂ ਜਾਣਾ, ਹਾਂਜੀ ਵੀ ਇਹਨੇ ਤਾਂ ਜੀ ਵੀ ਚੂੜਾ ਪਾ ਕੇ ਫਿਰ ਵਿਆਹ ਹੋ ਜਾਣਾ ਆ, ਪੜ੍ਹਾ ਦਿੱਤਾ ਤਾਂ ਵੀ ਠੀਕ ਹੈ, ਨਹੀਂ ਤੇ ਵੀ ਜਾਣੀ ਵਿਆਹ ਹੋ ਗਿਆ ਤੇ ਚਲੋ ਜੀ ਕੰਮ ਮੁੱਕਾ। ਸੋ ਫੇਰ ਨਾ ਜਾਣੀ ਪਿੱਛੇ ਮੁੜ ਕੇ ਦੇਖੇ, ਹਨਾ, ਤੇ ਫੇਰ ਜਾਣੀ ਕਿ ਰਿਸ਼ਤਾ ਬਹੁਤ ਸੋਹਣਾ ਨਿਭਦਾ ਰਹਿੰਦਾ। ਜਿਹੜੀ ਆਪਾਂ ਕਹਿੰਦੇ ਨਾ ਵੀ ਸੁੱਖ ਲੋੜ ਦੀ, ਤੁਸੀਂ ਹੁਣ ਕਿਹਾ ਵੀ ਭੈਣ ਆ ਜਿਹੜੀ ਉਹ ਭਰਾਵਾਂ ਦੀ ਸੁੱਖ ਲੋੜਦੀ ਆ, ਪਰ ਇਹ ਸੁੱਖ ਲੋੜ ਦੀ ਜਾਣੀ ਕਿਤੇ ਕਿਤੇ ਥੋੜਾ ਇੱਕ ਪਾਸੜ ਲੱਗਦਾ ਵੀ ਲੋੜਦੇ ਤਾਂ ਭਰਾ ਵੀ ਸੁੱਖ ਆ, ਪਰ ਉਹ ਜਾਣੀ ਉਹ ਜਿਹੜੀ ਸੁੱਖ ਲੋੜਨ ਵਾਲੀ ਗੱਲ ਆ ਉਹ ਫੇਰ ਬਹੁਤ ਵਧੀਆ ਚੱਲਦੀ ਵੀ ਜੇ ਭੈਣ ਵਿਆਹ ਵਾਲੇ ਦਿਨ ਤੋਂ ਬਾਅਦ ਮੁੜ ਕੇ ਘਰ ਵੱਲ ਨੂੰ, ਜਾਇਦਾਦ ਵੱਲ ਨੂੰ ਵਾਪਸ ਨਾ ਦੇਖੇ, ਪਿਤਾ ਦੀ ਵੱਲ ਨੂੰ, ਵੀ ਜਾਣੋ ਪਿਤਾ ਦੀ ਜਾਇਦਾਦ ਚੁੱਪ ਕਰਕੇ ਭਰਾਵਾਂ ਨੂੰ ਛੱਡ ਦੇਵੇ ਵੀ ਭਰਾਵੋ ਤੁਸੀਂ ਖੁਸ਼ ਰਹੋ ਤੇ ਸਾਡਾ ਕੋਈ ਗੱਲ ਨਹੀਂ, ਤੇ ਜਾਣੀ ਭਰਾ ਨਾ ਏਦਾਂ ਕਦੀ ਵੀ ਕਰਨ, ਚਲੋ ਭੈਣੋ ਤੁਸੀਂ ਸੁਖੀ ਰਹੋ, ਤੁਸੀਂ ਲੈ ਜਾਓ ਸਭ ਕੁਝ ਤੇ ਅਸੀਂ ਜੇ ਹਿੰਮਤ ਵਾਲੇ ਹੋਏ ਤੇ ਆਪ ਬਣਾ ਲਾਂਗੇ ਸਭ ਕੁਝ। ਜਾਣੀ ਫੇਰ ਬਹੁਤ ਸੋਹਣਾ ਕੰਮ ਚੱਲਦਾ ਰਹਿੰਦਾ ਵੀ ਜੇ ਉਹ ਸਭ ਕੁਝ ਛੱਡ ਜਵੇ। ਸੋ ਇਸ ਕਰਕੇ ਰੱਖੜੀ ਵਾਲੇ ਦਿਨ ਗੱਲ ਇਹ ਕਰਨ ਵਾਲੀ ਆ ਅਰਸ਼, ਵੀ ਬਹੁਤ ਇਹ ਸਦੀਆਂ ਤੋਂ ਚੱਲ ਰਿਹਾ ਸਾਡਾ ਪਵਿੱਤਰ ਤਿਉਹਾਰ ਹੈ। ਜ਼ਿਆਦਾ ਇਹ ਲਿਖਣ ਕੇ ਜਜ਼ਬਾਤੀ ਲੱਗਦਾ ਕਿ ਜੇ ਜਾਣੀ ਕਿ ਭੈਣ ਜਿਹੜੀ ਆ ਉਹ ਚੁੱਪ ਰਹੇ ਤੇ ਭਰਾ ਜਿਹੜੇ ਦੜ ਵੱਟ ਕੇ ਸਭ ਕੁਝ ਸਮੇਟ ਲੈਣ, ਘਰ ਵੀ, ਜ਼ਮੀਨ ਜਾਇਦਾਦ ਵੀ, ਪਿਤਾ ਪੁਰਖੀ, ਤੇ ਕੁੜੀਆਂ ਜਿਹੜੀਆਂ ਵਿਆਹ ਹੋ ਕੇ ਚੱਲ ਜਾਣ ਜੀ। ਪਰ ਲੱਗਦਾ ਵੀ ਜਾਣੀ ਇਹ ਕੈਨੇਡਾ, ਅਮਰੀਕਾ ਦੇ ਵਿੱਚ ਵੀ, ਇਹ ਨੰਬਰ 1 ਦੁਨੀਆ ਦੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਨੰਬਰ 1 ਹੀ ਇਸ ਕਰਕੇ ਸੀਗੇ ਵੀ ਔਰਤ ਤੇ ਆਦਮੀ ਨੂੰ ਬਰਾਬਰ ਰੱਖਿਆ। ਬਰਾਬਰ ਜਾਣੀ ਗੱਲੀ ਬਾਤੀ ਨਹੀਂ ਰੱਖਿਆ, ਪ੍ਰੈਕਟੀਕਲੀ ਵੀ। ਇਹ ਜਿਹੜੀ ਪਿਤਾ ਪੁਰਖੀ ਜ਼ਮੀਨ ਜਾਇਦਾਦ ਹੈ, ਭੈਣ ਦਾ, ਕੁੜੀ ਦਾ ਵੀ ਉਹਨਾਂ ਹੀ ਹੱਕ ਆ, ਮੁੰਡੇ ਦਾ ਵੀ ਉਹਨਾਂ ਹੀ ਹੱਕ ਆ। ਇਹ ਨੀਗਾ ਵੀ ਵਿਆਹ ਵਾਲੇ ਦਿਨ ਇੱਕ ਤੇ ਛੱਡ ਕੇ ਚੱਲ ਜੇ ਤੇ ਦੂਜੀ ਦਾ ਕਬਜ਼ਾ ਹੋ ਜੇ, ਹੈਨਾ, ਵੀ ਜਾਣੀ ਮੇਲ ਦਾ ਕਬਜ਼ਾ ਹੋ ਜੇ ਤੇ ਫੀਮੇਲ ਜਿਹੜੀ ਆ ਜੀ ਵੀ ਉਹਦਾ ਘਰ ਕਿਤੇ ਹੋਰ ਆ, ਹੋਊਗਾ ਕਿਤੇ ਘਰ ਹੋਰ, ਹਨਾ। ਪਰ ਗੱਲ ਤੇ ਇਹ ਆ ਵੀ ਜਿੱਥੇ ਜਨਮ ਹੋਇਆ ਬੱਚੇ ਦਾ, ਉਹਦੇ ਸਾਰੇ ਰਾਈਟਸ ਉੱਥੇ ਨੇ, ਭਾਵੇਂ ਉਹ ਬੱਚਾ ਭਾਵੇਂ ਉਹ ਬੱਚੀ ਆ। ਪਰ ਕਿਉਂਕਿ ਅਸੀਂ ਇਹ ਉੱਥੋਂ ਰਵਾਇਤ ਆਪਣੀ ਚੁੱਕ ਕੇ ਲਿਆਂਦੀ ਸਿਰਾਂ ਦੇ ਵਿੱਚ, ਇੱਥੇ ਵੀ ਇਹਨੂੰ ਏਦਾਂ ਇੰਪਲੀਮੈਂਟ ਕਰ ਰਹੇ, ਕੈਨੇਡਾ 'ਚ ਵੀ, ਅਮਰੀਕਾ ਦੇ ਵਿੱਚ ਵੀ, ਵੀ ਕੁੜੀਆਂ ਨੇ ਵਿਆਹ ਹੋ ਕੇ ਚੱਲ ਜਾਣਾ ਤੇ ਬਾਕੀ ਸਭ ਕੁਝ ਮੁੰਡਿਆਂ ਨੇ ਸਮੇਟ ਲੈਣਾ। ਉਹ ਅਗਲੀ ਆਪਣੀ ਜਨਰੇਸ਼ਨ ਦੇ ਵਿੱਚ, ਪੀੜ੍ਹੀ ਦੇ ਵਿੱਚ, ਕੈਨੇਡੀਅਨ ਜੰਪਲ ਦੇ ਵਿੱਚ ਵੀ ਅਸੀਂ ਇਹੀ ਪਾ ਰਹੇ ਹਾਂ ਮੈਜੋਰਟੀ। ਜੀ। ਸੋ ਇਸ ਕਰਕੇ ਜੀ ਵੀ ਇਹ ਸ਼ਬਦੀ ਰੂਪ ਦੇ ਵਿੱਚ ਸੁੱਖ ਲੋੜੀ ਦੀ ਗੱਲ, ਦੇਖੋ ਹੁਣ ਭਰਾ ਆਪਾਂ ਕਹਿੰਦੇ ਜੀ ਰੱਖੜੀ ਬੰਨ ਲਈ, ਰੱਖੜੀ ਜਾਣੀ ਕਿ ਰਾਖਾ ਆ ਜੀ ਭੈਣ ਦੀਆਂ, ਭੈਣ ਦੇ ਹੱਕਾਂ ਦਾ ਰਾਖਾ ਆ। ਹੁਣ ਭਰਾ ਤਾਂ ਭੈਣ ਦੇ ਹੱਕਾਂ ਦਾ ਰਾਖਾ ਤਦੀ ਆ ਵੀ ਜੇ ਪਹਿਲਾਂ ਉਹਨੇ ਘਰ ਵਿੱਚ ਆਪ ਹੀ ਨਾ ਉਹਦਾ ਹੱਕ ਮਾਰ ਲਿਆ ਹੋਵੇ। ਬਾਹਰ ਕਾਹਦੇ, ਇੱਥੇ ਕੈਨੇਡਾ 'ਚ ਕਿਹੜੀ ਭੈਣ ਨੂੰ ਭਰਾ ਦੇ ਰਾਖੀ ਦੀ ਲੋੜ ਆ ਵੀ ਦੱਸਿਆ ਜਾਵੇ। ਭੈਣਾਂ ਸਮਰੱਥ ਨੇ, ਇੱਥੇ ਇਹਨਾਂ ਨੇ ਬਣਾਈਆਂ, ਲੜਕੀਆਂ ਲੜਕੇ ਸਭ ਸਮਰੱਥ ਬਣਾਏ ਆ ਵੀ ਆਪਣੀ ਰਾਖੀ ਆਪ ਕਰ ਸਕਦੇ ਆ। ਪਰ ਇਹ ਵੀ ਆਪਾਂ ਰਵਾਇਤ ਉੱਥੋਂ ਸਿਰਾਂ 'ਚ ਚੁੱਕ ਕੇ ਲਿਆਏ ਆ ਵੀ ਕੁੜੀਆਂ ਦੀ ਰਾਖੀ ਮੁੰਡਿਆਂ ਨੇ ਕਰਨੀ ਆ। ਸਕੂਲਾਂ ਦੇ ਵਿੱਚ ਇੱਥੇ ਬੱਚੇ ਗੱਲਾਂ ਕਰਨਗੇ ਵੀ ਇਹ ਮੇਰੀ ਭੈਣ ਆ, ਹੱਥ ਨਾ ਲਾਈ, ਜਿਹੜੀਆਂ ਗੱਲਾਂ ਹੁੰਦੀਆਂ, ਤੇ ਭੈਣ ਆਪੇ ਹੀ ਸਮਰੱਥ ਹੈ ਵੀ ਉਹਨੂੰ ਕੋਈ ਹੱਥ ਨਾ ਲਾਵੇ। ਇੱਥੇ ਹੁਣ ਦੂਜੀਆਂ ਹੋਰ ਕੌਮਾਂ ਦੀਆਂ ਕੁੜੀਆਂ, ਉਹਨਾਂ ਨੂੰ ਭਰਾ ਰੋਕਦੇ ਹੱਥ ਲਾਉਣੋਂ, ਆਪ ਰੋਕਦੀਆਂ, ਕਿਸੇ ਦੀ ਜ਼ਰੂਰਤ ਪੈਂਦੀ ਆ। ਸੋ ਇਸ ਕਰਕੇ ਸਮਾਜ, ਮਤਲਬ ਸਾਡਾ ਸਿਸਟਮ ਇੰਨਾ ਬਲਵਾਨ ਹੋਣਾ ਚਾਹੀਦਾ। ਉੱਥੇ ਦੇ ਚਲੋ ਨੁਕਸ ਆਪਾਂ ਨਹੀਂ ਕੱਢ ਸਕਦੇ, ਪਰ ਹੁਣ ਇੱਥੇ ਆ ਕੇ ਉਹ ਨੁਕਸ ਜਿਹੜੇ ਆਪਾਂ ਨਾਲ ਲੈ ਆਏ ਆ ਉਹਨਾਂ ਦੀ ਗੱਲ ਤੇ ਹੋਣੀ ਚਾਹੀਦੀ ਆ ਜੀ। ਬਿਲਕੁਲ। ਸੋ ਤਦ ਕਰਕੇ ਅੱਜ ਵੀ ਭਰਾ ਭੈਣ ਦੇ ਹੱਕਾਂ ਦਾ ਰਾਖਾ ਤਾਦਿਆ, ਅਣਖੀਲਾ ਮੈਂ ਸਮਝਾਂਗਾ ਜੀ ਵੀ ਗੈਰਤੀ ਹਿੰਮਤੀ ਤਾਦਿਆ, ਜੇ ਉਹ ਆਨੇ ਬਹਾਨੇ ਪੁਰਾਣੀਆਂ ਉਹ ਰਿਵਾਇਤਾਂ ਜਿਹੜੀਆਂ ਉਹਨੂੰ ਚੰਗੀਆਂ ਲੱਗਦੀਆਂ ਵੀ ਚੁੱਪ ਕਰਕੇ ਮੇਰਾ ਘਰ ਬਣ ਜਾਣਾ ਤੇ ਕੁੜੀਆਂ ਨੇ ਤੇ ਛੱਡ ਕੇ ਚਲੇ ਹੀ ਜਾਣਾ ਵਿਆਹ ਵਾਲੇ ਦਿਨ, ਵੀ ਇਹ ਦੜਵੱਟ ਚੁੱਪ ਜਿਹੜੀ ਭਰਾ ਤੋੜੂਗਾ, ਅਣਖੀਲਾ ਭਰਾ ਉਹ ਹੋਊਗਾ ਜੀ, ਉਹ ਜਿਹੜਾ ਭੈਣ ਦਾ ਬਰਾਬਰ ਹੱਕ ਸਮਝੂਗਾ, ਹੱਸ ਕੇ ਦਊਗਾ, ਮੰਗਣਾ ਨਹੀਂ ਪਊਗਾ। ਭਰਾ ਨੂੰ ਹੱਕ ਬਿਨਾਂ ਮੰਗਿਆ ਮਿਲ ਗਿਆ, ਭੈਣ ਨੂੰ ਵੀ ਮਿਲ ਜਾਣਾ ਚਾਹੀਦਾ ਸੀ ਬਿਨਾਂ ਮੰਗਿਆ ਹੀ।
ਜਿਹੜੀ ਭੈਣ ਮੰਗ ਲੇ ਉਹਦਾ ਆਪਾਂ ਹਾਲ ਕੀ ਕਰਦੇ ਹਾਂ, ਤੁਸੀਂ ਇਹ ਦੇਖ ਲਓ। ਉਹਦਾ ਹਾਲ ਕੀ ਕਰਦੇ ਆਪਾਂ। ਸੋ ਮੰਗਣ ਵਾਲੀ, ਜੇ ਮੁੰਡੇ ਨੂੰ ਮੰਗਣ ਦੀ ਲੋੜ ਨਹੀਂ ਪਈ, ਕੁੜੀ ਨੂੰ ਕਿਉਂ ਪਈ ਮੰਗਣ ਦੀ ਲੋੜ ਬਈ। ਸੋ ਇਹ ਸਮਾਜ ਅੱਗੇ ਸੀ ਕੁੜੀ ਤੇ ਮੁੰਡਾ ਘਰ 'ਚ ਬਰਾਬਰ ਕਰਕੇ, ਪਰ ਇਹ ਹੁਣ ਸਿਤਮ ਤੇ ਦੁੱਖ ਵਾਲੀ ਗੱਲ ਆ ਕਿ ਅਸੀਂ ਇਹ ਆਪਣਾ ਉਥੋਂ ਗੰਦਗੀ ਦਿਮਾਗ 'ਚ ਇੱਥੇ ਇੰਪੋਰਟ ਕਰਕੇ ਲਿਆਂਦੀ ਆ। ਵੀ ਉਹੀ ਗੱਲ ਆ ਵੀ ਕੁੜੀ ਨੂੰ ਪੜ੍ਹਾ ਦਿੱਤਾ ਜੀ, ਇਹਨੂੰ ਵਿਆਹ ਦਿੱਤਾ ਜੀ, ਮੁੰਡੇ ਨੂੰ ਪੜ੍ਹਾ ਦਿੱਤਾ ਜੀ, ਵਿਆਹ ਦਿੱਤਾ ਜੀ, ਉਲਾਂਭਾ ਨਹੀਂ ਬਣਿਆ। ਕੁੜੀ ਨੂੰ ਵਿਆਹ ਦਿੱਤਾ ਤੇ ਪੜ੍ਹਾ ਦਿੱਤਾ, ਉਲਾਂਭਾ ਬਣ ਗਿਆ। ਸੋ ਇਸ ਕਰਕੇ ਜਿਨ੍ਹਾਂ ਪਰਿਵਾਰਾਂ ਨੇ ਇਸ ਰਵਾਇਤ ਨੂੰ ਤੋੜਿਆ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਸਹੀ ਅਣਖੀਲੇ ਗੈਰਤੀ ਹਿੰਮਤੀ ਪਰਿਵਾਰ ਜੁਰਤ ਵਾਲੇ ਹੈ ਹੀ ਉਹ ਘਰਾਂ ਦੇ ਵਿੱਚ ਜਿਨ੍ਹਾਂ ਨੇ ਲੜਕਾ ਤੇ ਲੜਕੀ ਨੂੰ ਗੱਲਾਂ ਦੇ ਵਿੱਚ ਬਰਾਬਰ ਨਹੀਂ ਰੱਖਿਆ। ਉਹਨਾਂ ਨੇ ਆਪਣੇ ਅਮਲਾਂ ਦੇ ਵਿੱਚ, ਪ੍ਰੈਕਟਿਸ ਦੇ ਵਿੱਚ ਵੀ ਉਹਨਾਂ ਨੂੰ ਬਰਾਬਰ ਕਰਕੇ ਰੱਖਿਆ। ਜ਼ਮੀਨ ਜਾਇਦਾਦ ਦੀ ਵੰਡ ਦੇ ਵਿੱਚ ਸਭ ਤੋਂ ਵੱਧ ਜਾਣੀ ਕਿ ਨਾ ਬਰਾਬਰ ਤਾਂ ਉੱਥੇ ਹੀ ਆ ਕੇ ਹੁੰਦੀ, ਬਾਕੀ ਸਾਰੀ ਬਰਾਬਰ ਆ ਜੀ। ਜ਼ਮੀਨ ਛੱਡ ਜਵੇ, ਬਸ ਘਰ ਛੱਡ ਜਵੇ, ਮੁੰਡਿਆਂ ਨੂੰ ਮਿਲ ਜਾਣਾ। ਇਹ ਗੱਲ ਠੀਕ ਨਹੀਂ ਹੈ। ਇਹ ਜਿਹੜੇ ਸਮਾਜ ਅੱਗੇ ਨਿਕਲੇ ਆ ਦੁਨੀਆ 'ਚ, ਜਿਨ੍ਹਾਂ 'ਚ ਆਪਾਂ ਭੱਜਦੇ ਆ ਬੈਗ ਚੁੱਕ ਕੇ, ਟੈਚੀ ਚੁੱਕ ਕੇ, $20 ਜੇਬ 'ਚ ਪਾ ਕੇ, ਉਹਨਾਂ ਨੇ ਏਦਾਂ ਨਹੀਂ ਕੀਤਾ। ਅਸੀਂ ਉੱਥੇ ਜਾ ਕੇ ਏਦਾਂ ਕਰ ਰਹੇ ਹਾਂ, ਅਸੀਂ ਉੱਥੇ ਜਾ ਕੇ ਏਦਾਂ ਕਰ ਰਹੇ ਹਾਂ। ਕਮਾਲ ਦੀ ਗੱਲ ਹੈ। ਸੋ ਇਸ ਕਰਕੇ ਰੱਖੜੀ ਦੇ ਦਿਨ ਦੇ ਮੌਕੇ ਤੇ ਇਹ ਬਰਾਬਰਤਾਵਾਂ ਵੀ ਅਸੀਂ ਰਸਮੀ ਤੌਰ ਤੇ ਹੱਸਦੇ ਖੇਡਦੇ ਵੀ ਰਹੀਏ, ਜਜ਼ਬਾਤੀ ਹੋ ਕੇ ਜਾਣੀ ਭੈਣ ਨੂੰ ਖੁਸ਼ ਵੀ ਰੱਖੀਏ ਗੱਲੀ ਬਾਤੀ। ਪਰ ਆਹ ਜਿਹੜੀ ਗੱਲ ਅਸੀਂ ਚੁੱਪ ਆ ਜਿਹਦੇ ਬਾਰੇ 'ਚ, ਚੁੱਪ ਵੀ ਆਪਾਂ ਰੱਖੜੀ ਵਾਲੇ ਦਿਨ ਤੋੜ ਲਿਆ ਕਰੀਏ। ਤੇ ਰੱਖੜੀ ਵਾਲੇ ਦਿਨ ਤੋਂ ਜਾਣੀ ਕਿ ਜੇ ਪਿੱਛੇ ਜੋ ਕੁਝ ਗਲਤ ਹੁੰਦਾ ਵੀ ਰਿਹਾ, ਉਸ ਦਿਨ ਤੋਂ ਜ਼ਰੂਰ ਸਭ ਕੁਝ ਠੀਕ ਕਰ ਲਿਆ ਕਰੀਏ ਵੀ ਹੁਣ ਗਾਂ ਨਹੀਂ ਏਦਾਂ ਕਰਾਂਗੇ, ਹਨਾ। ਸੋ ਇਸ ਕਰਕੇ ਜੀ ਵੀ ਆਪਾਂ ਸੋਭਾਂਗੇ, ਇਹ ਕੌਮ ਆਪਾਂ ਇੱਥੇ ਹੋਰ ਜ਼ਿਆਦਾ ਸੋਭਾਂਗੇ ਦੂਜੀਆਂ ਕੌਮਾਂ ਦੇ ਵਿੱਚ ਜੇ ਇਹਨਾਂ ਦੇ ਵਾਂਗੂ ਲੜਕਾ ਲੜਕੀ, ਮੁੰਡਾ ਕੁੜੀ ਨੂੰ ਘਰ ਦੇ ਵਿੱਚ ਭੈਣ ਭਰਾ ਨੂੰ ਬਰਾਬਰ ਰੱਖਾਂਗੇ, ਗੱਲੀ ਬਾਤੀ ਬਰਾਬਰ ਨਹੀਂ ਰੱਖਾਂਗੇ, ਜਾਇਦਾਦ ਦੀ ਵੰਡ ਦੇ ਵਿੱਚ ਪ੍ਰੈਕਟੀਕਲੀ ਵੀ ਬਰਾਬਰ ਰੱਖਾਂਗੇ, ਰੱਖੜੀ ਮਨਾਈ ਤਾਂ ਸਫਲ ਹੈ। ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਕਾਲਰ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਪਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਕੀਤੀ ਹੈ ਜਾਗ੍ਰਿਤੀ ਦੀ, ਜਿਹੜੀ ਕਿ ਸਾਡੇ ਵਿੱਚ ਹੁਣ ਤੱਕ ਨਹੀਂ ਆਈ। ਸਰ ਸਲੂਟ ਹੈ ਤੁਹਾਡੀ ਥਿੰਕਿੰਗ ਤੇ। ਜੀ ਜੋਲ ਸਾਹਿਬ। ਹਾਂਜੀ, ਨਹੀਂ ਥੈਂਕ ਯੂ ਵੀਡੀਓ। ਗਲਤ ਯਾਰ ਦੇਖੋ, ਮੈਂ ਕਹਾਂਗਾ ਵਾਰਡ ਨੰਬਰ 9 ਔਰ 10 ਲੱਕੀ ਹੈ ਜਿਨ੍ਹਾਂ ਨੂੰ ਕੈਂਡੀਡੇਟ ਸਤਪਾਲ ਸਿੰਘ ਜੀ ਜੌਲ ਮਿਲਣਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ। ਜੀ ਜੌਲ ਸਾਹਿਬ। ਨਹੀਂ ਥੈਂਕ ਯੂ ਜੀ। ਦੇਖੋ ਤੁਸੀਂ ਵੀਰ ਹੋ ਕੇ, ਭਰਾ ਹੋ ਕੇ ਇਹ ਗੱਲ ਕਰ ਰਹੇ ਹੋ, ਧੰਨਵਾਦੀ ਆ। ਬਹੁਤ ਸਾਰੇ ਭਰਾ ਸਾਨੂੰ, ਜਦੋਂ ਆਪਾਂ ਕੋਈ ਕੰਮ ਜ਼ਿੰਦਗੀ 'ਚ ਕਰਨਾ ਨਾ ਹੋਵੇ, ਫਿਰ ਬਹਾਨੇ ਆਪਾਂ ਬਹੁਤ ਭਾਲਦੇ ਆ, ਹਨਾ। ਪਰ ਜੇ ਕੁਛ ਕਰਨਾ ਹੀ ਹੋਵੇ ਤੇ ਸਾਰੇ ਬਹਾਨੇ ਟਲ ਜਾਂਦੇ ਆ, ਪਰਵਾਹ ਨਹੀਂ ਫਿਰ ਆਪਾਂ ਕਰਦੇ। ਫਿਰ ਆਪਾਂ ਅਣਖੀਲੇ ਜੁਰਤੀ ਜੇ ਹਿੰਮਤੀ ਹੈਗੇ ਆ, ਜੇ ਗੈਰਤਮੰਦ ਹੈਗੇ ਆ, ਤੇ ਫਿਰ ਬਹਾਨੇ ਨਹੀਂ, ਫਿਰ ਹੋ ਜਾ ਸਿੱਧਾ ਭਾਈ। ਕੈਨੇਡਾ ਵਿੱਚ ਕੋਈ ਬਹਾਨਾ ਨਹੀਂ, ਉਹ ਉੱਥੇ ਹੋਊਗਾ ਜਿੱਥੋਂ ਆਪਾਂ ਆਏ ਆ। ਉੱਥੋਂ ਆਉਣਾ ਹੀ ਤਾਂ ਪਿਆ ਕਿਉਂਕਿ ਆਪਾਂ ਏਦਾਂ ਚੱਲਦੇ ਰਹੇ ਸਦੀਆਂ ਤੋਂ। ਅੱਜ ਉਹ ਚੀਜ਼ਾਂ ਨਹੀਂ ਚੱਲ ਸਕਦੀਆਂ। ਉੱਥੋਂ ਫਲਾਪ ਹੋ ਕੇ ਜੇ ਨਵੀਂ ਧਰਤੀ, ਨਵੇਂ ਦੇਸ਼ ਵਿੱਚ ਆਏ ਆ, ਤੇ ਆਓ ਫਿਰ ਕਿਸੇ ਨਵੀਂ ਨਿੱਗਰ ਸੋਚ ਦੀ ਗੱਲ ਕਰੀਏ, ਜਿਹਦੇ ਨਾਲ ਵਾਕਿਆ ਹੀ ਅਸੀਂ ਗੈਰਤੀ ਤੇ ਹਿੰਮਤੀ ਤੇ ਜੁਰਤ ਵਾਲੇ ਲੱਗੀਏ। ਗੱਲੀ ਬਾਤੀ ਨਹੀਂ ਵੀ ਤਿਉਹਾਰ ਵਾਲੇ ਦਿਨ ਅਸੀਂ ਕੁੜਤਾ ਪਜਾਮਾ ਪਾ ਲਿਆ ਤੇ ਹੁਣ ਕਮਾਲਾਂ ਕਰ ਦਿਆਂਗੇ, ਨਹੀਂ। ਬਾਹਰੋਂ ਦਿਖਾਵੇ ਨਾਲ ਨਹੀਂ, ਅੰਦਰੋਂ ਨਰਮਾਈ ਦੇ ਨਾਲ, ਹਨਾ। ਆਪ ਪੇਸ਼ ਕਰੀਏ ਕਿ ਭੈਣੇ ਤੂੰ ਮੇਰੀ ਭੈਣ ਹੈ ਜੀ, ਤੂੰ ਭਾਵੇਂ ਵਿਆਹੀ ਵੀ ਜਾਏਗੀ, ਇਹ ਘਰ ਤੇ ਤੇਰਾ ਓਨਾ ਹੀ ਹੱਕ ਹੈ ਜਿੰਨਾ ਮੇਰਾ ਮੁੰਡਾ ਹੋਣ ਦੇ ਹੱਕ। ਆਹ ਜ਼ਮੀਨ ਦਾ ਟੁਕੜਾ ਹੈ, ਤੂੰ ਭਾਵੇਂ ਵਿਆਹੀ ਜਾਏਗੀ, ਪਰ ਆਪਾਂ ਇਹਦਾ ਮੁੱਲ ਪਾਵਾਂਗੇ ਜਿੰਨਾ ਤੇਰਾ ਬਣਦਾ ਉਹ ਮੈਂ ਦਿਆਂਗਾ। ਜ਼ਮੀਨ ਚਲੋ ਠੀਕ ਹੈ, ਮੁੰਡੇ ਕਰਕੇ ਆਪਾਂ ਉਹ ਜ਼ਮੀਨ ਚੁੱਕ ਕੇ ਨਹੀਂ ਨਾਲ ਲਿਜਾ ਸਕਦੇ। ਜੇ ਕੋਈ ਕੰਮ ਆਪਾਂ ਕਰਨਾ ਹੋਵੇ, ਤਰੀਕੇ ਬਹੁਤ ਨੇ। ਇਹ ਕੌਮਾਂ ਕਰ ਰਹੀਆਂ ਨਾ, ਜਿਹੜੀਆਂ ਕੌਮਾਂ ਨੰਬਰ 1 ਨੇ ਉਹ ਕਰ ਹੀ ਰਹੀਆਂ ਆਲਰੇਡੀ। ਉਹਨਾਂ ਦਾ ਰੌਲਾ ਇਹੋ ਜਿਹਾ ਹੈ ਹੀ ਨਹੀਂ ਹੈ ਕੋਈ। ਇੱਥੇ ਜਿਹੜੇ ਭਰਾ ਨੇ ਕੋਈ ਵੱਖਰੇ ਪੀਪੇ ਤਾਂ ਥੋੜ੍ਹੋ ਲੈ ਕੇ ਜਾਂਦੇ ਵੀ ਭੈਣਾਂ ਜ਼ਮੀਨਾਂ ਛੱਡ ਗਈਆਂ, ਕੋਈ ਏਦਾਂ ਦੀ ਗੱਲ ਹੈ। ਸੋ ਇਸ ਕਰਕੇ ਆਪਾਂ ਉਹ ਜਿਹੜੀਆਂ ਗੱਲਾਂ ਪੁਰਾਣੀਆਂ ਸਮੇਂ ਦੀਆਂ ਲੋੜਾਂ ਹੋਣਗੀਆਂ, ਚਲੋ ਸਾਡੇ ਸਿਆਣਿਆਂ ਬਜ਼ੁਰਗਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਕੋਈ ਮਾੜਾ ਕੀਤਾ ਹੋ, ਪਰ ਸਮੇਂ ਦੇ ਅਨੁਸਾਰ ਜਿਹੜੀ ਐਡਜਸਟਮੈਂਟ ਦੀ ਲੋੜ ਹੁੰਦੀ ਆ ਸਾਨੂੰ ਉਹ ਕਰ ਲੈਣੀ ਚਾਹੀਦੀ ਹੈ। ਘੱਟੋ ਘੱਟ ਵੀ ਨੰਬਰ 1 ਦੇਸ਼ਾਂ ਦੇ ਵਿੱਚ ਆ ਕੇ ਤਾਂ ਆਪਾਂ ਕਰ ਲਈਏ। ਤਾਂ ਉਹ ਜ਼ਰੂਰੀ ਤਾਂ ਨਹੀਂ ਵੀ ਸਾਰਾ ਕੂੜਾ ਇੱਥੇ ਲਿਆ ਕੇ ਅਸੀਂ ਰਲਾ ਕੇ ਹੀ ਸਾਹ ਲੈਣਾ। ਸੋ ਇਸ ਕਰਕੇ ਆਪਾਂ ਥੋੜਾ ਉਦਮ ਕਰੀਏ ਜੀ। ਨੈਕਸਟ ਕਾਲ ਲੈਣ ਤੋਂ ਪਹਿਲਾਂ ਦੱਸ ਦਈਏ ਕਿ ਜੌਲ ਸਾਹਿਬ ਇੱਕ ਅਨਾਉਂਸਮੈਂਟ ਜੋ ਤੁਸੀਂ ਜੋ ਸਾਡੇ ਸਰੋਤਿਆਂ ਵਾਸਤੇ ਕਰਨ ਜਾ ਰਹੇ ਹੋ ਜੀ, ਅਗਰ ਕੋਈ ਇਲੀਗਲ ਵਰਕਰ ਵਿਜ਼ਟਰ ਚਾਹੇ ਕੈਨੇਡਾ ਦੇ ਵਿੱਚ ਆਇਆ ਜੀ, ਤੁਸੀਂ ਤੁਹਾਨੂੰ ਲੱਗਦਾ ਹੈ ਕਿ ਉਹ ਇਲੀਗਲ ਕੰਮ ਕਰ ਰਿਹਾ ਜੀ, ਤੁਸੀਂ ਜੌਲ ਸਾਹਿਬ ਇਹਦੇ ਬਾਰੇ ਦੱਸਣਾ ਚਾਹੋਗੇ ਜੀ? ਹਾਂ ਬਿਲਕੁਲ ਅਰਸ਼, ਬਹੁਤ ਵਾਰ ਭੈਣ ਭਰਾ ਦੇਖੋ ਵੀ ਇਹ ਗੱਲੀ ਬਾਤੀ ਤੇ ਆਪਾਂ ਨੂੰ ਲੱਗਦਾ ਹੁੰਦਾ, ਪਰ ਬਹੁਤ ਵਾਰ ਆਪਾਂ ਐਕਸ਼ਨ ਕਰਨ ਤੋਂ ਰਹਿ ਜਾਂਦੇ ਹਾਂ। ਸੋ ਇਸ ਮੁਲਕ ਦੇ ਵਿੱਚ ਸਿਸਟਮ ਬੜਾ ਕਮਾਲ ਦਾ ਹੈ। ਜਿੱਥੋਂ ਕਿਸੇ ਨੂੰ ਕੋਈ ਲਾਇਸੈਂਸ ਮਿਲਿਆ ਤੇ ਉਹ ਲਾਇਸੈਂਸ ਹੈਗਾ ਇਮਾਨਦਾਰੀ ਦੇ ਨਾਲ
ਪਬਲਿਕ ਇੰਟਰਸਟ ਦੇ ਵਿੱਚ ਓਨੈਸਟੀ ਦੇ ਨਾਲ ਜਿਹੜੀਆਂ ਸਰਵਿਸਿਜ਼ ਦੇਣ ਦਾ, ਹੂੰ ਉਹ ਲਾਇਸੈਂਸ ਲੁੱਟਮਾਰ ਕਰਨ ਦਾ ਜਾਂ ਗਲਤ ਤਰੀਕਿਆਂ ਨਾਲ ਜਾਣੀ ਕਿ ਲੋਕਾਂ ਨੂੰ ਲੁੱਟਣ ਲਈ ਨਹੀਂ ਦਿੱਤਾ ਹੋਇਆ ਹੁੰਦਾ, ਉਹ ਰੈਗੂਲੇਟਰੀ ਜਾਂ ਸਰਕਾਰ ਨੇ ਕਹਿ ਲਓ। ਹੂੰ ਪਰ ਜੇ ਉਹਦੇ ਮੁਤਾਬਕ ਨਹੀਂ ਚੱਲ ਰਹੀ ਤੇ ਫਿਰ ਉਹ ਲਾਇਸੈਂਸ ਉਹਦੇ ਕੋਲ ਨਹੀਂ ਰਹਿਣਾ ਚਾਹੀਦਾ, ਕਿਉਂਕਿ ਜੇ ਉਹ ਲਾਇਸੈਂਸ ਆਪਣੇ ਰੋਜ਼ਗਾਰ ਦਾ ਉਹਨੂੰ ਆਪ ਨਹੀਂ ਫਿਕਰ ਤੇ ਲੋਕਾਂ ਨੂੰ ਵੀ ਕਾਹਦਾ ਹੋਣਾ ਚਾਹੀਦਾ ਫਿਰ ਵੀ ਇਹ ਸਾਡੇ ਆਪਣੇ ਆ ਜੀ, ਆਪਣੀਆਂ ਜੀ, ਸਾਡੇ ਆਪਣੇ ਤੇ ਆਪਣੀਆਂ ਉਹ ਆ ਜੋ ਆਪਣੇ ਲਾਇਸੈਂਸ ਦੀ ਮਰਿਆਦਿਆਂ ਦੇ ਅਨੁਸਾਰ ਸਹੀ ਤਰੀਕੇ ਨਾਲ ਸਾਨੂੰ ਸਰਵ ਕਰਨ। ਜਿਹੜੇ ਸਾਨੂੰ ਲੁੱਟਮਾਰ ਸਿਖਾ ਰਹੇ ਹੋਣ ਜਾਂ ਜਿਹੜੇ ਕਰ ਰਹੀਆਂ ਹੋਣ, ਉਹ ਸਾਡੇ ਆਪਣੇ ਕਿੱਦਾਂ ਹੋਏ? ਚਮੜੀ ਦਾ ਰੰਗ ਸਾਡੇ ਵਰਗਾ ਹੀ ਕਿਉਂ ਨਾ ਹੋਵੇ? ਸੋ ਇਸ ਕਰਕੇ ਭੈਣ ਭਰਾਓ ਵੀ ਇਹ ਮੁਲਕ ਨੂੰ ਸੰਭਾਲਣ ਲਈ ਤੁਸੀਂ ਚਿੰਤਤ ਤੇ ਹੁੰਦੇ ਹੋ, ਪਰ ਕਈ ਵਾਰੀ ਤੁਸੀਂ ਸਟੈਪ ਲੈਣਾ ਕੀ ਆ ਉਹਦਾ ਤੁਹਾਨੂੰ ਪਤਾ ਨਹੀਂ ਹੁੰਦਾ, ਤੇ ਪਰ ਕਈ ਵਾਰੀ ਇੰਨੀ ਆਪਾਂ ਹਿੰਮਤ ਵੀ ਨਹੀਂ ਕਰਦੇ ਵੀ ਚਲੋ ਲੈ ਲਈਏ, ਹਨਾ। ਤੇ ਇਸ ਕਰਕੇ ਇਹ ਆ ਵੀ ਜੇ ਹਿੰਮਤ ਹੋਵੇ, ਵਾਕਈ ਤੁਸੀਂ ਚਾਹੁੰਦੇ ਹੋ ਵੀ ਕਿਸੇ ਜਗ੍ਹਾ ਤੇ ਜੀ ਗਲਤ ਕੰਮ ਚੱਲਦਾ ਹਨਾ, ਵੀ ਉੱਥੇ ਉਹਨਾਂ ਨੇ ਇਲੀਗਲ ਵਰਕਰ ਰੱਖੇ ਹੋਏ ਆ, ਆਪਾਂ ਵਰਕਰਸ ਦੇ ਵਿਰੋਧੀ ਨਹੀਂ ਆ, ਵਰਕਰਸ ਦੇ ਸਗੋਂ ਅਸੀਂ ਹਾਮੀ ਆ ਵੀ ਉਹਨਾਂ ਦਾ ਹੋਣਾ ਚਾਹੀਦਾ ਹੈ। ਪਰ ਜੇ ਅਸੀਂ ਇੱਕ ਵੀਜ਼ਾ ਅਪਲਾਈ ਕੀਤਾ ਵੀ ਅਸੀਂ ਵਿਜ਼ਿਟ ਕਰਨ ਚੱਲੇ ਆ, 에ਅਰਪੋਰਟ ਤੇ ਵੀ ਦੱਸ ਆਏ ਜੀ ਵੀ 10 ਦਿਨਾਂ ਬਾਅਦ ਮੁੜ ਜਾਣਾ ਹੈ, ਮੁੜ ਕੇ 6 ਮਹੀਨੇ ਆਪਾਂ ਇੱਥੇ ਕੰਮ ਹੀ ਕਰਦੇ ਰਹੇ, ਤੇ ਫਿਰ ਨਾ ਉਹ ਕੈਨੇਡਾ ਦੇ ਇੰਟਰਸਟ ਵਿੱਚ ਆ, ਨਾ ਕੈਨੇਡੀਅਨ ਕਮਿਊਨਿਟੀਜ਼ ਦੇ ਇੰਟਰਸਟ ਵਿੱਚ ਆ। ਐਟਲੀਸਟ ਕੈਨੇਡੀਅਨ ਬਣ ਕੇ ਸਾਨੂੰ ਜ਼ਰੂਰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਇਸ ਕੈਨੇਡਾ ਦੇਸ਼ ਦਾ, ਸਾਨੂੰ ਲੋੜਵੰਦਾਂ ਦੀ ਸਹਾਇਤਾ ਵੀ ਕਰਨੀ ਚਾਹੀਦੀ ਆ, ਪਰ ਨਾਲ ਦੀ ਨਾਲ ਜਾਣੀ ਕਿ ਕੈਨੇਡਾ ਨੂੰ ਬਚਾਉਣ ਲਈ, ਉਹਦਾ ਬੇੜਾ ਗਰਕ ਕਰਨ ਲਈ ਨਹੀਂ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ, ਹਨਾ। ਤੇ ਲੋੜਵੰਦਾਂ ਦੀ ਸਹਾਇਤਾ ਕਰੀਏ, ਪਰ ਜਿਹੜਾ ਤੁਹਾਡੇ ਦੇਸ਼ ਨੂੰ ਵਿਗਾੜਨ ਦੇ ਵਿੱਚ, ਫਿਰ ਨੁਕਸ ਪਾਉਣ ਦੇ ਵਿੱਚ ਜਾਣੀ ਕਿ ਲੋਕ ਜ਼ਿੰਮੇਵਾਰ ਨੇ, ਉਹਨਾਂ ਦੇ ਲਈ ਵਾਕਈ ਜੀ ਫਿਰ ਜਿਹੜੇ ਇਲੀਗਲ ਵਰਕਰ ਹਨ ਕਿਤੇ, ਉਹਨਾਂ ਦੇ ਲਈ CBSA ਇੱਥੇ ਗਵਰਨਮੈਂਟ ਨੇ ਉਹਨਾਂ ਨੇ ਟਿਪ ਲਾਈਨ ਬਣਾਈ ਹੋਈ ਹੈ, 1-888-502-9060 ਉਹਨਾਂ ਦਾ ਨੰਬਰ ਹੈ। ਜਾਂ ਫਿਰ ਤੁਹਾਨੂੰ ਕਈ ਵਾਰੀ ਲੱਗਦਾ ਜੀ ਵੀ ਇਲੀਗਲ ਵਰਕਰ ਜਿਹੜੇ ਰੱਖੇ ਹੋਏ ਆ, ਕੈਸ਼ ਤੇ ਕੰਮ ਕਰਵਾਇਆ ਜਾ ਰਿਹਾ, ਕੈਸ਼ ਤੇ ਕੰਮ ਕੀਤਾ ਜਾ ਰਿਹਾ, ਉਹਦੇ ਲਈ ਵੀ ਬੜਾ ਜਿਹੜਾ ਵੀ ਢੁਕਵਾਂ ਨੁਕਤਾ ਹੈਗਾ, ਜੇ ਕਿਸੇ ਨੇ ਵਰਤਣਾ ਹੋਵੇ ਤੇ ਉਹ ਹਟ ਵੀ ਸਕਦਾ ਹੈ। ਤੁਸੀਂ ਦੇਖ ਲਓ ਇਹ ਕੰਮ ਕਰਕੇ ਜੀ, ਨਾ ਉੱਥੇ ਤੁਹਾਨੂੰ 6 ਮਹੀਨਿਆਂ 'ਚ ਚੇਂਜ ਨਜ਼ਰ ਆ ਗਈ ਤੇ ਤੁਸੀਂ ਸਾਨੂੰ ਦੱਸ ਦਿਓ, ਪਰ ਜੇ ਤੁਸੀਂ ਗੱਲਾਂ ਹੀ ਕਰੀ ਜਾਓਗੇ ਤੇ ਫਿਰ 6 ਸਾਲ 60 ਸਾਲ ਨਹੀਂ ਕੋਈ ਚੇਂਜ ਹੋਣੀ, ਫਿਰ ਤੇ ਉਹਨਾਂ ਨੇ ਸਗੋਂ ਵਧਣਾ ਫੁੱਲਣਾ ਆ ਏਦਾਂ ਲੁੱਟਾ ਮਾਰਾ ਕਰਕੇ, ਹਨਾ। ਸੋ ਜੇ ਤੁਸੀਂ ਵਾਕਈ ਚੇਂਜ ਚਾਹੁੰਦੇ ਹੋ ਤੇ ਵੀ ਕੈਸ਼ ਕੰਮ ਕਰਕੇ ਕੋਈ ਇੰਪਲੋਇਰ ਆ ਜਿਹੜਾ ਉਹ WSIB ਦੇ ਬੈਨੀਫਿਟ ਪੇ ਕਰਨ ਨਹੀਂ ਕੀਤੇ ਜਾ ਰਹੇ, ਵਰਕਰਸ ਨੂੰ ਕੈਸ਼ ਦਿੱਤਾ ਜਾ ਰਿਹਾ, ਚਲੋ ਵਰਕਰ ਦਾ ਕੋਈ ਕਸੂਰ ਨਹੀਂ, ਇਹ ਇੰਪਲੋਇਰ ਦੀ ਜ਼ਿੰਮੇਵਾਰੀ ਆ ਵੀ ਉਹ ਕੈਸ਼ ਤੇ ਕੰਮ ਫਿਰ ਨਾ ਕਰਾਵੇ। ਇੰਪਲੋਇਰ ਦੀ ਜ਼ਿੰਮੇਵਾਰੀ ਆ ਵੀ ਘੱਟੋ ਘੱਟ ਵੇਜ ਆ ਜਿਹੜੀ ਮਿਨੀਮਮ ਵੇਜ ਉਹ ਗਾਰੰਟੀ ਕਰੇ ਵਰਕਰ ਨੂੰ ਦੇਣ ਲਈ। ਵਰਕਰ ਕਵੇ ਮੈਂ ਘੱਟ ਲੈਣੀ ਆ, ਇੰਪਲੋਇਰ ਦੀ ਜ਼ਿੰਮੇਵਾਰੀ ਆ ਵੀ ਮੈਂ ਤੈਨੂੰ ਘੱਟ ਦੇ ਹੀ ਨਹੀਂ ਸਕਦਾ ਭਾਈ, ਮੈਨੂੰ ਦੇਣੇ ਹੀ ਪੈਣੇ ਆ, ਇਹ ਤੋਂ ਵੱਧ ਮੈਂ ਦੇ ਸਕਦਾ, ਘੱਟ ਨਹੀਂ ਦੇ ਸਕਦਾ। ਸੋ ਇਸ ਕਰਕੇ ਵਰਕਰ ਦਾ ਕਸੂਰ ਨਹੀਂ ਵੀ ਉਹ ਮੇਰੇ ਨਾਲ ਐਗਰੀ ਹੋ ਗਿਆ ਸੀ ਘੱਟ ਲੈਣ ਨੂੰ, ਵਰਕਰ ਤਾਂ $1 ਤੇ ਵੀ ਐਗਰੀ ਹੋ ਜੂ, ਇਹਦਾ ਮਤਲਬ ਇਹ ਨਹੀਂ ਵੀ ਇੰਪਲੋਇਰ $1 ਤੇ ਕੰਮ ਕਰਾਊਗਾ। ਇੰਪਲੋਇਰ ਦੀ ਜ਼ਿੰਮੇਵਾਰੀ ਆ ਕਿ ਉਹ ਮਿਨੀਮਮ ਵੇਜ ਤੋਂ ਘੱਟ ਨਹੀਂ ਦੇ ਸਕਦਾ, ਪਰ ਜੇ ਉਸ ਵਿੱਚ ਮਾਮਲਾ ਗੜਬੜ ਆ ਤੇ ਉਹ ਗਵਰਨਮੈਂਟ ਨੂੰ ਬੈਨੀਫਿਟਸ ਆ ਜਿਹੜੇ ਜੀ ਕਿ ਉਹ ਕੱਟ ਕਟਾ ਕੇ ਪੇ ਕਰਨ ਤੋਂ ਆਪਣੀ ਬਚਤ ਕਰਨ ਦੇ ਮਾਰਿਆਂ ਕੈਸ਼ ਕੰਮ ਕਰਵਾ ਰਿਹਾ ਲੋਕਾਂ ਦੇ ਕੋਲੋਂ। ਤੇ ਫਿਰ ਟੈਲੀਫੋਨ ਨੰਬਰ ਹੈ ਜੀ 1-888-745-3237। ਇਹਦੇ ਵਾਸਤੇ ਈਮੇਲ ਵੀ ਹੈਗਾ WSIB ਵਾਲਿਆਂ ਦਾ, ਬੜਾ ਸੌਖਾ ਈਮੇਲ ਆ ਉਹ, ਪਰ ਜੇ ਕਿਸੇ ਨੇ ਕਰਨਾ ਹੋਵੇ ਤੇ ਤਾਂ ਆ, ਵੈਸੇ ਕਰਨਾ ਤੇ ਕਿਸੇ ਨੇ ਨਹੀਂ, ਚਲੋ ਪਰ ਫਿਰ ਵੀ ਆਪਾਂ ਦੱਸ ਰਹੇ ਹਾਂ ਕਿਉਂਕਿ ਕਈ ਵਾਰੀ ਫਿਰ ਭੈਣ ਭਰਾ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਸੀ, ਸਾਨੂੰ ਦੱਸਿਆ ਨਹੀਂ ਸੀ ਜੀ। ਸੋ ਈਮੇਲ ਵੀ ਉਦਾਂ ਹੀ ਗੂਗਲ ਕੀਤਾ ਜਾ ਸਕਦਾ ਜਿੱਦਾਂ ਬਾਕੀ ਸਾਰੇ ਬੈਨੀਫਿਟ ਆਪਾਂ ਗੂਗਲ ਕਰ ਲੈਂਦੇ ਆ, ਪੈਨਸ਼ਨ ਕਿੱਥੋਂ ਮਿਲਣੀ ਹੈ ਸਾਨੂੰ ਜੀ, ਇੰਪਲੋਇਮੈਂਟ ਇੰਸ਼ੋਰੈਂਸ ਦੇ ਬੈਨੀਫਿਟ ਕਿੱਥੋਂ ਮਿਲਣੇ ਆ, ਸੋਸ਼ਲ ਸਾਨੂੰ ਵੈਲਫੇਅਰ ਕਿੱਥੋਂ ਮਿਲਣੀ ਹੈ, ਸਸਤਾ ਫੂਡ ਘਰ ਕਿੱਥੋਂ, ਇੱਦਾਂ ਦੀਆਂ ਚੀਜ਼ਾਂ ਆਪਾਂ ਗੂਗਲ ਕਰ ਲੈਂਦੇ ਨਾ, ਪਤਾ ਲੱਗ ਜਾਂਦਾ ਆਪਾਂ ਨੂੰ। ਇਹ ਚੀਜ਼ਾਂ ਵੀ ਆਪਾਂ ਗੂਗਲ ਕਰ ਸਕਦੇ, ਪਤਾ ਕਰ ਸਕਦੇ ਜੇ ਕਰਨਾ ਹੋਵੇ ਤਾਂ। ਸੋ ਭਈ ਇਹ ਇਲੀਗਲ ਵਰਕਰ ਜੇ ਕੋਈ ਇੰਪਲੋਇਰ ਜਾਨੀ ਨਹੀਂ ਰੂਲ ਫੋਲੋ ਕਰ ਰਹੇ ਤੇ ਜੇ ਤੁਸੀਂ ਕਰਵਾਉਣੇ ਆ ਤੇ ਉਹਦੇ ਵਾਸਤੇ ਸਿਸਟਮ ਮੌਜੂਦ ਹੈ ਜੀ, ਪਰ ਮਦਦ ਤੁਹਾਨੂੰ ਕਰਨੀ ਪਏਗੀ। ਇਸ ਕਾਲ ਆਪਾਂ ਵਾਈਂਡ ਅਪ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੁੜੀਆਂ ਤੇ ਮੁੰਡਿਆਂ ਦੇ ਜੀ ਇੱਕੋ ਜਿਹੇ ਹੱਕ ਹੋਣੇ ਚਾਹੀਦੇ। ਅਸੀਂ ਵੀ ਆਪਣੀ ਕੁੜੀ ਦੇ ਮੁੰਡੇ ਨੂੰ ਦੋਵਾਂ ਨੂੰ ਸਮਝਾਤਾ ਵੀ ਅੱਧਾ ਤੁਹਾਡਾ ਹੋਊਗਾ, ਤੇ ਦੋਵਾਂ ਨੂੰ ਅਸੀਂ ਬਿੱਲ ਵੀ ਲਿਖ ਕੇ ਦੇਤੀ ਦੋਵਾਂ ਨੂੰ, ਕਾਪੀ ਇੱਕ। ਵੈਰੀ ਗੁੱਡ, ਦੈਟਸ ਵੈਰੀ ਨਾਈਸ ਜੀ। ਸ਼ਾਬਾਸ਼ ਸਰਦਾਰ ਜੀ, ਮੈਨੂੰ ਲੱਗਦਾ ਤੁਸੀਂ ਸਵਰਗ ਦੀ ਆਸ ਰੱਖ ਸਕਦੇ ਹੋ, ਕਿਉਂਕਿ ਸਵਰਗ ਹੈ ਕਿ ਨਹੀਂ ਸਾਨੂੰ ਨਹੀਂ ਪਤਾ, ਸਵਰਗ ਮਿਲਦਾ ਕਿਵੇਂ ਆ ਸਾਨੂੰ ਨਹੀਂ ਪਤਾ। ਆਪਾਂ ਨੂੰ ਇਹ ਲੱਗਦਾ ਵੀ ਚੰਗੇ ਕੰਮ ਕਰੀਏ ਤੇ ਸਵਰਗ ਮਿਲ ਜਾਂਦਾ ਜੀ ਜੀ, ਪਰ ਤੁਸੀਂ 1000 ਚੰਗਾ ਕੰਮ ਕਰ ਲਓ, ਇਹ ਇੱਕ ਕੰਮ ਗਲਤ ਕਰ ਜਾਓ ਵੀ ਕਾਣੀ ਵੰਡ ਕਰ ਜਾਓ ਜਾਇਦਾਦ ਦੀ, ਸਾਰੀ ਜਾਇਦਾਦ ਮੁੰਡਿਆਂ ਨੂੰ ਦੇ ਜਾਓ ਤੇ ਕੁੜੀਆਂ ਨੂੰ ਵਿਆਹ ਵਾਲੇ ਦਿਨ ਕਹੋ ਵੀ ਹੁਣ ਤੂੰ ਪਿੱਛੇ ਮੁੜ ਕੇ ਨਾ ਦੇਖੀ, ਤੇਰਾ ਹੁਣ ਅਗਲਾ ਘਰ ਜਾਣਾ। ਨਹੀਂ ਅਸੀਂ ਪਹਿਲਾਂ ਹੀ ਕਰਤਾ ਜੀ, ਕਾਣੀ ਵੰਡ ਕਰਕੇ 1000 ਤੁਸੀਂ ਬਾਣੀ ਪੜ੍ਹਦੇ ਬਹੁਤ ਕੁਝ ਕਰਦੇ ਰਹੇ, ਪਰ ਤੁਸੀਂ ਸਵਰਗ ਦੀ ਆਸ ਨਹੀਂ ਰੱਖ ਸਕਦੇ। ਮਿਲਣਾ ਕਿਉਂਕਿ ਭਾਵੇਂ ਨਹੀਂ ਮਿਲਣਾ ਉਹਦਾ ਸਾਨੂੰ ਨਹੀਂ ਪਤਾ, ਪਰ ਜੇ ਆਪਣੇ ਬੱਚਿਆਂ ਆਪਣੇ ਘਰ ਦੇ ਵਿੱਚ ਕਾਣੀ ਵੰਡ ਕਰਕੇ ਗਏ ਸਿਰਫ ਇੱਕ ਬੱਚੇ ਨਾਲ ਇਸ ਕਰਕੇ ਵੀ ਕਿਉਂਕਿ ਉਹ ਕੁੜੀ ਸੀ ਜੀ, ਤੁਹਾਨੂੰ ਆਸ ਹੀ ਨਹੀਂ ਹੋਣੀ ਚਾਹੀਦੀ ਜੀ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮਚ ਕਾਲਰ। ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਤੁਹਾਡੇ ਆਪਣੇ ਵੀਰ ਸਤਪਾਲ ਸਿੰਘ ਜੌਹਲ ਵਾਰਡ 9 ਅਤੇ 10 ਕੈਂਡੀਡੇਟ ਸਕੂਲ ਟਰਸਟੀ ਤੁਹਾਡੇ ਵਾਸਤੇ ਹਾਜ਼ਰ ਨੇ ਜੀ। ਐਂਡ ਤੁਹਾਨੂੰ ਪਤਾ ਹੈ ਕਿ ਜੌਹਲ ਸਾਹਿਬ ਦੇ ਜੋ ਕੰਮ ਕੀਤੇ ਹੋਏ ਨੇ
it's tremendous, remarkable, and Jol Sahab, a salute to you, because ਤੁਸੀਂ ਨਾ ਕਿਸੇ ਤੋਂ ਪੁੱਛੇ ਬਿਨਾਂ ਹੀ ਤੁਸੀਂ ਕਮਿਊਨਿਟੀ ਦੀ ਸੇਵਾ ਪਹਿਲੋਂ ਤੋਂ ਪਹਿਲੋਂ ਕਰਦੇ ਆ ਰਹੇ ਹੋ ਜੀ, so hats off to you. And Ward 9 ਅਤੇ 10, it's one of the biggest wards in Brampton ਦੇ ਵਿੱਚ, and as a school trustee ਤੁਸੀਂ as a candidate ਹੋ, ਪਹਿਲੀ ਗੱਲ ਤਾਂ ਥੋੜਾ ਜਿਹਾ ਆਪਣੇ ਮੈਪ ਬਾਰੇ, ਤੇ how is the election going? ਹਾਂ ਬਿਲਕੁਲ ਅੱਛਾ, ਵੈਸੇ ਇਹ ਵੀ ਕਿਹਾ ਜਾਂਦਾ ਵੀ ਕੰਮ ਹੀ ਉਹ ਆ ਜਿਹਦੇ ਵਿੱਚ ਛੇਕ ਹੀ ਘੱਟ ਮਾਰੀ ਜਾਵੇ, ਤੇ ਕਹਿੰਦੇ ਨਾ ਵੀ ਭਲੇ ਦਾ ਕੰਮ ਸੱਜੇ ਹੱਥ ਨੇ ਕੀਤਾ, ਖੱਬੇ ਨੂੰ ਪਤਾ ਹੀ ਨਹੀਂ ਲੱਗਾ। Very well said, well said. ਕਈ ਵਾਰ ਸਾਨੂੰ ਚੇਤਾ ਵੀ ਭੁੱਲ ਜਾਂਦਾ ਵੀ ਆਹ ਕੰਮ ਵੀ ਅੱਛਾ ਅਸੀਂ ਕਰਦੇ ਰਹੇ, ਉਹ ਪੇਪਰ ਵਰਕ ਜਦੋਂ ਦੇਖੀਦਾ ਆਹ ਕੰਮ ਵੀ ਫਲਾਨੀ ਟਾਈਮ ਆਪਾਂ ਕਰਦੇ ਹਾਂ। ਇਸ ਕਰਕੇ ਜ਼ਿੰਦਗੀ ਆ ਜੀ, ਜ਼ਿੰਦਗੀ ਤਾਂ ਇੱਕ ਦਿਨ ਅੱਜ ਹੈਗੀ ਆ, ਚੱਲੇ ਤਾਂ ਸਾਰਿਆਂ ਨੇ ਜਾਣਾ ਹਨਾ। ਜੀ ਜੀ ਜੀ। ਪਰ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਦੀ ਇਹ ਬਿਤਾਏ ਹੋਏ ਸਮੇਂ ਦੀ ਕੋਈ ਨਿਸ਼ਾਨੀ ਸਾਡੇ ਭੈਣ ਭਰਾਵਾਂ 'ਚ ਅੱਛੀ ਰਹਿ ਜਾਏ, ਅੱਛੀ ਰਹਿ ਜਾਏ। ਉਹ ਤੁਹਾਡਾ ਭੈਣ ਭਰਾਵੋ ਇਸ ਮੁਲਕ ਦੇ ਵਿੱਚ ਆਉਣਾ ਸਫਲ ਹੋ ਜੇ, ਇਹ ਸਾਡੀ ਜ਼ਿੰਦਗੀ ਦਾ ਮਿਸ਼ਨ ਹੈ, ਅਵੇਅਰਨੈਸ ਲਿਆ ਕੇ, ਠੀਕ ਆ ਜੀ। ਇਮਾਨਦਾਰੀ ਤੇ ਓਨੈਸਟੀ ਨਾਲ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹਾਂ, ਅਸੀਂ ਪੇਸ਼ ਰਹੇ ਹਾਂ, ਪੇਸ਼ ਰਹਿਣਾ ਆ ਜੀ। ਸੋ ਇਹ ਪੇਸ਼ ਰਹਿਣ ਦੇ ਵਾਸਤੇ ਇਹ ਹੈ ਜੀ ਕਿ ਵਾਰਡ 9 ਤੇ 10 ਦੇ ਵਿੱਚ ਸਕੂਲ ਟਰਸਟੀ ਕੈਂਡੀਡੇਟ ਮੈਂ ਹਾਂ, ਸਤਪਾਲ ਸਿੰਘ ਜੌਲ। ਇਹ ਮਿਊਨਿਸਪਲ ਇਲੈਕਸ਼ਨ ਜਿਹੜੀ ਆ ਰਹੀ ਹੈ 24 ਅਕਤੂਬਰ ਨੂੰ, ਉਸ ਤੋਂ ਪਹਿਲਾਂ 5 ਦਿਨ ਐਡਵਾਂਸ ਪੋਲ। ਵਾਰਡ 9 ਤੇ 10 ਜਿਸ ਤਰ੍ਹਾਂ ਤੁਸੀਂ ਅਰਥ ਦੱਸਿਆ ਕਾਫੀ ਵੱਡਾ ਇਲਾਕਾ ਹੈ, 2 MP ਸਾਹਿਬਾਨਾਂ ਦਾ। ਮੇਫੀਲਡ ਰੋਡ ਤੋਂ ਵੈਸੇ ਨਾਰਥ ਤੋਂ ਸ਼ੁਰੂ ਹੋ ਜਾਂਦਾ, ਸਾਊਥ ਵਾਲੇ ਪਾਸੇ ਨੂੰ ਇਹ ਕੈਸਲਮੋਰ ਰੋਡ ਤੱਕ ਹੈ, ਕੈਸਲਮੋਰ ਰੋਡ ਤੇ ਆ ਕੇ ਖਤਮ ਹੋ ਜਾਂਦਾ, ਫਿਰ ਵਾਰਡ 8 ਸ਼ੁਰੂ ਹੋ ਜਾਂਦਾ। ਇਦਾਂ ਹੀ ਦੂਸਰੇ ਪਾਸੇ ਜਿੱਥੇ ਬੋਵੇਡ ਡਰਾਈਵ ਆ ਹਸਪੀਟਲ ਦੀ ਬੈਕ ਸਾਈਡ ਜਾਨੀ ਮੇਫੀਲਡ ਰੋਡ ਤੱਕ, ਉਹ ਸਾਰਾ ਜਿਹੜਾ ਵਾਰਡ 9 L6R ਪੋਸਟਲ ਕੋਡ ਹੈ, ਉੱਥੋਂ ਹੀ ਹਾਈਵੇ 410 ਹੈ ਸ਼ੁਰੂ ਹੋ ਕੇ ਆਲ ਦਾ ਵੇ ਹਾਈਵੇ 50 ਤੱਕ ਜਿਹੜਾ ਜੀ ਜਿਹੜਾ ਅਗਲੀ ਬਾਉਂਡਰੀ ਹੈ। ਤੇ ਫਿਰ ਇਹ ਹਾਈਵੇ 50 ਜਿਹੜਾ ਜੀ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਨੂੰ ਜਾ ਕੇ ਲੱਗਦਾ, ਜਿੱਥੇ ਕਿ ਐਬਨੀਜ਼ਰ ਰੋਡ ਆਉਂਦੀ ਹੈ, ਉਹਦੇ ਸਾਹਮਣੇ ਵਾਲਾ ਇਲਾਕਾ ਵੀ ਵਾਰਡ 10 ਦੇ ਵਿੱਚ ਹੀ ਹੈ। ਤੇ ਗੋਰ ਰੋਡ ਤੇ ਜਾ ਕੇ ਐਬਨੀਜ਼ਰ ਤੋਂ ਅੱਗੇ ਚੱਲ ਕੇ ਕੈਸਲਮੋਰ ਰੋਡ ਤੱਕ ਫਿਰ ਵਾਰਡ 10 ਤੇ 8 ਜਿਹੜੇ ਆਪਸ ਵਿੱਚ ਵੰਡੇ ਜਾਂਦੇ ਆ। ਸੋ ਵੱਡਾ ਇਲਾਕਾ ਜੀ, ਕੋਸ਼ਿਸ਼ ਕਰਾਂਗੇ ਜਿੰਨੇ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਮਿਲ ਹੋਇਆ, ਪਰ ਅਸੀਂ ਜਿੰਨਾ ਧੰਨਵਾਦ ਕਰੀਏ ਥੋੜਾ ਹੈ। ਇਹ ਸਾਡੀ ਕਮਿਊਨਿਟੀ ਆਪ ਹੀ ਟੀਮ ਬਣੀ ਹੋਈ ਹੈ, ਇੱਕ ਦੂਜੇ ਨੂੰ ਕਿਹਾ ਜਾ ਰਿਹਾ ਸਾਡੇ ਵਾਸਤੇ ਜੀ। ਮੈਂ ਇੰਨੇ 'ਚ ਹੀ ਬੜਾ ਧੰਨਤਾ ਦਾ ਪਾਤਰ ਹਾਂ ਜੀ, ਤੁਸੀਂ ਜਿੰਨਾ ਮੈਨੂੰ ਕਹ ਲਓ ਕਿ ਜਿੰਨਾ ਮੇਰੇ ਲਈ ਆਪ ਹੀ ਕੰਮ ਕਰ ਰਹੇ ਹੋ ਭੈਣ ਭਰਾਓ, ਇੱਦਾਂ ਹੀ ਕਰਦੇ ਰਹੋ ਅਗਲੇ 2 ਮਹੀਨੇ ਰਲ ਮਿਲ ਕੇ, ਤੇ ਫਿਰ ਦੇਖਾਂਗੇ ਜੀ। ਕਿਉਂਕਿ ਸਾਡਾ ਕੋਈ ਗਰੁੱਪ, ਤੁਹਾਡਾ ਕੋਈ ਜਾਤ ਉਹ ਨਹੀਂ ਹੈਗਾ ਵੀ ਸ਼ਕਲ ਕਿੱਦਾਂ ਦੀ ਹੈ, ਅਸੀਂ ਤਾਂ ਸਿਰਫ ਚਾਹੁੰਦੇ ਹਾਂ ਕਿ ਜਿਹੜਾ ਕੁਆਲਿਟੀ ਹੈ ਨਾ, ਬਿਲਕੁਲ ਕੈਂਡੀਡੇਟਸ ਦੀ ਸਿਲੈਕਸ਼ਨ ਕਰਨੀ ਅਕਲ ਦੇ ਵਿੱਚ, ਉਹਦੀ ਜਾਤ, ਉਹਦਾ ਗਰੁੱਪ, ਉਹਦਾ ਧਰਮ, ਬਾਕੀ ਸਭ ਕੁਝ ਗੱਲਾਂ ਪਿੱਛੇ ਛੱਡ ਦਿਓ। ਉਹ ਆਪਾਂ ਉੱਥੇ ਕੀਤਾ ਬਹੁਤ ਕੁਝ 75 ਸਾਲ, ਉਹ ਸਾਰੇ ਤੋਂ ਹੁਣ ਆਪਾਂ ਲੈਸਨ ਲਰਨ ਕਰੀਏ, ਨਾ ਕਿ ਉਹ ਚੀਜ਼ਾਂ ਇੱਥੇ ਅਸੀਂ ਨਾਲ ਇੰਪੋਰਟ ਕਰ ਲਈਆਂ ਤੇ ਉਦਾਂ ਹੀ ਕਰੀ ਚੱਲੀਏ। ਫਿਰ ਪਹਿਲਾਂ ਉਹਨੂੰ ਉੱਥੇ ਉਗੜ ਦੁਗੜਾ ਕਰਕੇ ਆ ਗਏ ਤੇ ਹੁਣ ਇਹਨੂੰ ਉਗੜ ਦੁਗੜਾ ਕਰ ਦਈਏ। ਆਪਾਂ ਇਸ ਗੱਲ ਨੂੰ ਪੈਦਾ ਨਹੀਂ ਹੋਏ ਕਿ ਸੰਸਾਰ ਨੂੰ ਉਗੜ ਦੁਗੜਾ ਹੀ ਕਰੀ ਜਾਣਾ ਆਪਾਂ ਆਪਣੀਆਂ ਪੱਕੀਆਂ ਹੋਈਆਂ ਆਦਤਾਂ ਨਾਲ। ਆਓ ਥੋੜੀ ਜਿਹੀ ਐਡਜਸਟਮੈਂਟ ਦੇ ਨਾਲ ਅੱਗੇ ਚੱਲੀਏ ਤੇ 9-10 ਵਾਰਡ ਦੇ ਵਿੱਚ ਇਹ ਆ ਰਹੀ ਸਕੂਲ ਟਰਸਟੀ ਇਲੈਕਸ਼ਨ ਦੇ ਵਿੱਚ ਸਤਪਾਲ ਸਿੰਘ ਜੌਲ ਦਾ ਸਾਥ ਦਿੱਤਾ ਜਾਵੇ ਜੀ, ਬੇਨਤੀ ਹੈ। 4168953784 ਜੌਲ ਸਾਹਿਬ ਦਾ ਡਾਇਰੈਕਟ ਨੰਬਰ ਹੈ ਜੀ, 4168953784। ਤੁਹਾਡੇ ਆਪਣੇ ਸਕੂਲ ਟਰਸਟੀ ਕੈਂਡੀਡੇਟ ਵਾਰਡ 9 ਅਤੇ 10 ਵੀਰ ਸਤਪਾਲ ਸਿੰਘ ਜੌਲ। ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम, ऑल द बेस्ट। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।